ਸਮਾਜਿਕ ਸਿੱਖਿਆ ਦੀ ਕਲਾਸ ਵਿੱਚ ਅੱਜ ਫੇਰ ਤੁਹਾਡਾ ਸਵਾਗਤ ਹੈ। ਅੱਜ ਆਪਾਂ 10ਵੀਂ ਜਮਾਤ ਦਾ ਨਾਗਰਿਕ ਸ਼ਾਸਤਰ ਦਾ ਪਹਿਲਾ ਲੈਸਨ, ਵੈਸੇ 10ਵਾਂ ਵੀ ਹੈ ਉਹ, ਪਰ ਨਾਗਰਿਕ ਸ਼ਾਸਤਰ ਦਾ ਪਹਿਲਾ ਹੈ। ਸੰਵਿਧਾਨ, ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ, ਇਹਨੂੰ ਪੜ੍ਹਾਂਗੇ, ਇਹਦੇ ਮਾਈਂਡ ਮੈਪ ਬਣਾਵਾਂਗੇ, ਸਮਝਾਂਗੇ ਅਤੇ ਇਹਦੇ ਪ੍ਰਸ਼ਨ ਉੱਤਰ ਕਰਾਂਗੇ। ਪਹਿਲਾਂ ਤੁਸੀਂ ਦੇਖ ਸਕਦੇ ਹੋ ਸਾਡੇ ਸੰਵਿਧਾਨ ਦੀ ਤਸਵੀਰ ਹੈ ਪਹਿਲੇ ਪੇਜ 'ਤੇ। ਸੰਵਿਧਾਨ ਕਿਹਨੂੰ ਕਹਿੰਦੇ ਨੇ? ਸੰਵਿਧਾਨ ਬੱਚੋ ਇੱਕ ਮੌਲਿਕ ਕਾਨੂੰਨੀ ਦਸਤਾਵੇਜ਼ ਹੁੰਦਾ ਹੈ ਜਿਹਦੇ ਅਨੁਸਾਰ ਦੇਸ਼ ਦੀ ਸਰਕਾਰ ਦਾ ਸੰਚਾਲਨ ਚਲਾਇਆ ਜਾਂਦਾ, ਜਿਹਦੇ ਅਨੁਸਾਰ ਸਰਕਾਰ ਹੈ ਜਿਹੜੀ ਆਪਣਾ ਪ੍ਰਸ਼ਾਸਨ ਚਲਾਉਂਦੀ ਹੈ, ਨਿਯਮ ਲਾਗੂ ਕਰਦੀ ਹੈ, ਨਿਆਂ ਕਰਦੀ ਹੈ, ਉਹਨੂੰ ਅਸੀਂ ਕਹਿੰਦੇ ਹਾਂ ਸੰਵਿਧਾਨ। 1947 ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਸੀ ਉਦੋਂ ਸਭ ਤੋਂ ਪਹਿਲਾਂ ਸਾਨੂੰ ਆਪਣਾ ਸੰਵਿਧਾਨ ਬਣਾਉਣ ਦੀ ਲੋੜ ਮਹਿਸੂਸ ਹੋਈ। ਤੁਹਾਨੂੰ ਇਹ ਤਾਂ ਸਾਰਿਆਂ ਨੂੰ ਪਤਾ ਹੋਊਗਾ ਕਿ ਸੰਵਿਧਾਨ ਇੱਕ ਕਮੇਟੀ ਦੁਆਰਾ ਬਣਾਇਆ ਗਿਆ ਸੀ ਔਰ ਕਮੇਟੀ ਦੇ ਮੁਖੀ ਕੌਣ ਸਨ, ਪਤਾ ਹੋਊ ਸਾਰਿਆਂ ਨੂੰ। ਅੱਗੇ ਸਭ ਤੋਂ ਪਹਿਲਾਂ ਸਾਡੇ ਸੰਵਿਧਾਨ ਦੇ ਵਿੱਚ ਆਉਂਦੀ ਹੈ ਸਾਡੀ ਪ੍ਰਸਤਾਵਨਾ। ਪ੍ਰਸਤਾਵਨਾ ਦੀ ਜਿਹੜੇ ਸ਼ਬਦ ਨੇ, ਤੁਹਾਨੂੰ ਪ੍ਰਸ਼ਨ ਵੀ ਆ ਸਕਦਾ ਵੀ ਪ੍ਰਸਤਾਵਨਾ ਕਿੰਨਾਂ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ। ਤਾਂ ਜਿਹੜੀ ਸਾਡੀ ਪ੍ਰਸਤਾਵਨਾ, ਇਹਨੂੰ ਬੇਟਾ ਤੁਸੀਂ ਕਾਪੀ ਦੇ ਉੱਪਰ ਵੀ ਨੋਟ ਕਰ ਲੈਣਾ। ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇੱਕ ਸੰਪੂਰਨ ਪ੍ਰਭੂ ਸੱਤਾ ਸੰਪੰਨ ਸਮਾਜਵਾਦੀ ਧਰਮ ਨਿਰਪੱਖ ਪ੍ਰਜਾਤੰਤਰੀ ਗਣਰਾਜ ਬਣਾਉਣ ਲਈ, ਇਹ ਪੂਰੇ ਦਾ ਪੂਰਾ ਤੁਸੀਂ ਹੈ ਜਿਹੜਾ ਨੋਟ ਕਰ ਲੈਣਾ। ਇਸ ਤੋਂ ਬਾਅਦ ਅਸੀਂ ਸਾਡੇ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਚਰਚਾ ਕਰਾਂਗੇ। ਸਾਡੇ ਸੰਵਿਧਾਨ ਦੀਆਂ ਜਿਹੜੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਨੇਗੀਆਂ ਉਹਦਾ ਮਾਈਂਡ ਮੈਪ ਆ ਜਿਹੜਾ, ਦੇਖੋ ਅਸੀਂ ਸਾਰਾ ਬਣਾ ਲਿਆ। ਇਹ ਮਾਈਂਡ ਮੈਪ ਤੁਸੀਂ ਕਾਪੀਆਂ 'ਤੇ ਵੀ ਬਣਾਉਣਾ ਹੈਗਾ ਔਰ ਇਹਨੂੰ ਤੁਸੀਂ ਸੌਖੇ ਤਰੀਕੇ ਨਾਲ ਯਾਦ ਰੱਖ ਸਕਦੇ ਹੋ। ਜੇ ਤੁਹਾਨੂੰ ਪੁਆਇੰਟ ਯਾਦ ਹੋਣਗੇ ਤਾਂ ਤੁਸੀਂ ਉਹਦੇ ਬਾਰੇ ਡਿਟੇਲ 'ਚ ਵੀ ਦੱਸ ਸਕਦੇ ਹੋ। ਅੱਗੇ ਅਸੀਂ ਇਹਨਾਂ ਬਾਰੇ ਇਕੱਲੇ ਬਾਰੇ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਆ ਗਿਆ ਸਾਡਾ ਲੰਬਾ ਅਤੇ ਵਿਸਤ੍ਰਿਤ ਸੰਵਿਧਾਨ। ਸਾਡਾ ਜਿਹੜਾ ਭਾਰਤੀ ਸੰਵਿਧਾਨ ਹੈ ਇਹ ਸੰਸਾਰ ਦਾ ਸਭ ਤੋਂ ਵੱਡੇ ਆਕਾਰ ਵਾਲਾ ਗਾ ਅਤੇ ਵਿਸਥਾਰਪੂਰਨ ਹੈ। ਇਹਦੇ ਵਿੱਚ 395 ਅਨੁਛੇਦ ਨੇ ਅਤੇ 12 ਅਨੁਸੂਚੀਆਂ ਨੇ। ਅੱਗੇ ਅਸੀਂ ਇਹਦੀ ਗੱਲ ਕਰਾਂਗੇ ਲਚਕੀਲਾ ਅਤੇ ਕਠੋਰ। ਜਿਹੜਾ ਸਾਡਾ ਸੰਵਿਧਾਨ ਹੈ ਇਹ ਲਚਕੀਲਾ ਵੀ ਹੈ ਅਤੇ ਕਠੋਰ ਵੀ ਹੈ। ਜਿਵੇਂ ਅਮਰੀਕਾ ਦਾ ਸੰਵਿਧਾਨ ਕਠੋਰ ਹੈ, ਇੰਗਲੈਂਡ ਦਾ ਸੰਵਿਧਾਨ ਲਚਕੀਲਾ ਹੈ, ਪਰ ਸਾਡਾ ਸੰਵਿਧਾਨ ਦੋਨੋਂ ਤਰ੍ਹਾਂ ਦਾ ਹੀ ਹੈ। ਲਚਕੀਲਾ ਸੰਵਿਧਾਨ ਉਹ ਹੁੰਦਾ ਹੈ ਜਿਹਨੂੰ ਅਸੀਂ ਕਿਸੇ ਸਮੇਂ ਬੜੀ ਆਸਾਨੀ ਨਾਲ ਬਹੁਮਤ ਨਾਲ ਬਦਲ ਸਕਦੇ ਹਾਂ, ਔਰ ਕਠੋਰ ਸੰਵਿਧਾਨ ਵਿੱਚ ਜਿਹੜਾ ਬਦਲਾਵ ਕਰਨਾ ਹੈ ਉਹ ਅਸੰਭਵ ਹੁੰਦਾ, ਬਹੁਤ ਔਖਾ ਢੰਗ ਹੁੰਦਾ। ਅਗਲੀ ਗੱਲ ਕਰਾਂਗੇ ਤਾਂ ਸਾਡੀ ਹੈਗੀ ਸੰਘਾਤਮਕ ਸਰਕਾਰ। ਸਾਡੇ ਸੰਵਿਧਾਨ ਦੀ ਇੱਕ ਬਹੁਤ ਹੀ ਵੱਡੀ ਇਹ ਵਿਸ਼ੇਸ਼ਤਾ ਹੈਗੀ ਕਿ ਸਾਡੇ ਸ਼ਾਸਨ ਪ੍ਰਣਾਲੀ ਵਿੱਚ ਸੰਘੀ ਸ਼ਾਸਨ ਪ੍ਰਣਾਲੀ ਸਥਾਪਿਤ ਕੀਤੀ ਗਈ ਹੈ। ਇਹਦੇ ਵਿੱਚ ਹੇਠ ਲਿਖੇ ਜਿਹੜੇ ਇਹਦੇ ਨਾਲ ਨੇ ਲੱਛਣ ਹੋਣੇ ਜ਼ਰੂਰੀ ਹੈ: ਸ਼ਕਤੀਆਂ ਦੀ ਵੰਡ, ਸੰਵਿਧਾਨ ਦੀ ਸਰਵਉੱਚਤਾ, ਸੁਤੰਤਰ ਨਿਆਂਪਾਲਿਕਾ ਹੋਣੀ ਚਾਹੀਦੀ ਹੈ। ਇਹ ਵਿਸ਼ੇਸ਼ਤਾਵਾਂ ਨੇ ਜਿਹੜੀਆਂ ਸਾਡੇ ਕਹਿੰਦੇ ਭਾਰਤੀ ਸੰਵਿਧਾਨ ਦੇ ਵਿੱਚ ਮਿਲਦੀਆਂ ਨੇਗੀਆਂ। ਅੱਗੇ ਅਸੀਂ ਗੱਲ ਕਰਾਂਗੇ ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ। ਸਾਡੀ ਜਿਹੜੀ ਸੰਵਿਧਾਨ ਦੇ ਵਿੱਚ ਨਿਆਂਪਾਲਿਕਾ ਸਾਡੀ ਜਿਹੜੀ ਦੱਸੀ ਗਈ ਹੈ, ਸਾਡੀ ਜਿਹੜੀ ਨਿਆਂਪਾਲਿਕਾ ਹੈ ਉਹ ਸੁਤੰਤਰ ਅਤੇ ਨਿਰਪੱਖ ਹੈ। ਉਹ ਜੋ ਵੀ ਕੋਈ ਉਹਨੇ ਨਿਆਂ ਕਰਨਾ ਹੈ ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਲਾਲਚ ਤੋਂ, ਬਿਨਾਂ ਕਿਸੇ ਪ੍ਰਭਾਵ, ਦਬਾਅ ਜਾਂ ਪੱਖਪਾਤ ਤੋਂ ਕਾਨੂੰਨ ਅਨੁਸਾਰ ਫੈਸਲੇ ਕਰਦੀ ਹੈ। ਅੱਗੇ ਅਸੀਂ ਗੱਲ ਕਰਾਂਗੇ ਸਾਡੀ ਸੰਸਦੀ ਸ਼ਾਸਨ ਪ੍ਰਣਾਲੀ ਦੀ। ਸਾਡੇ ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਸਥਾਪਿਤ ਕੀਤੀ ਗਈ ਹੈ। ਇਹਦੇ ਵਿੱਚ ਜਿਹੜਾ ਸਾਡਾ ਕਾਰਜਪਾਲਿਕਾ ਦਾ ਮੁਖੀ ਹੈ, ਨਾ ਮਾਤਰ ਦਾ ਮੁਖੀ, ਸਾਡਾ ਸੰਵਿਧਾਨਿਕ ਮੁਖੀ ਉਹ ਰਾਸ਼ਟਰਪਤੀ ਹੁੰਦਾ ਹੈ, ਔਰ ਅਸਲੀ ਮੁਖੀ ਹੈ ਜਿਹੜੀਆਂ ਸਾਰੀਆਂ ਸ਼ਕਤੀਆਂ ਹੁੰਦੀਆਂ ਨੇ ਉਹ ਪ੍ਰਧਾਨ ਮੰਤਰੀ ਕੋਲ ਹੁੰਦੀਆਂ ਨੇ, ਅਤੇ ਸਰਕਾਰ ਹੈ ਜਿਹੜੀ ਉਹ ਜਨਤਾ ਦੇ ਪ੍ਰਤੀ ਜਵਾਬਦੇਹ ਹੁੰਦੀ ਹੈ। ਸੰਸਦ ਦਾ ਜਿਹੜਾ ਨਮੂਨਾ ਹੈਗਾ ਉਹ ਅਸੀਂ ਇੰਗਲੈਂਡ ਤੋਂ ਲਿਆ ਹੈਗਾ। ਅਗਲਾ ਸਾਡਾ ਪੁਆਇੰਟ ਆ ਗਿਆ ਸਾਡੇ ਸੰਵਿਧਾਨ ਦੀ ਵਿਸ਼ੇਸ਼ਤਾ ਦਾ ਬੱਚੋ, ਇਹ ਹੈਗਾ ਬਾਲਗ ਮਤ ਅਧਿਕਾਰ ਅਤੇ ਪ੍ਰਭੂ ਸੱਤਾ ਜਨਤਾ ਪਾਸ। ਬਾਲਗ ਮਤ ਅਧਿਕਾਰ ਵੀ ਸਾਡੇ ਭਾਰਤ ਦੇ ਨਾਗਰਿਕ ਨੂੰ 18 ਸਾਲ ਦਾ ਹੋ ਗਿਆ ਜਿਹੜਾ ਉਹਨੂੰ ਵੋਟ ਪਾਉਣ ਦਾ ਅਧਿਕਾਰ ਹੈ। ਕਿਸੇ ਵੀ ਨੇਤਾ ਨੂੰ ਵੋਟ ਪਾ ਕੇ ਉਹ ਆਪਣੀ ਕੋਈ ਵੀ ਸਰਕਾਰ ਆ ਜਿਹੜੀ ਉਹ ਚੁਣ ਸਕਦਾ ਹੈਗਾ। ਅਤੇ ਪ੍ਰਭੂ ਸੱਤਾ ਜਿਹੜੀ ਜਨਤਾ ਦੇ ਪਾਸ, ਵੈਸੇ ਵੀ ਸਾਡੀ ਪ੍ਰਸਤਾਵਨਾ ਦਾ ਆਰੰਭ ਵੀ ਅਸੀਂ ਭਾਰਤ ਦੇ ਲੋਕ ਸ਼ਬਦਾਂ ਨਾਲ ਹੁੰਦਾ ਗਾ। ਇਹ ਸੰਵਿਧਾਨ ਆ ਜਿਹੜਾ ਭਾਰਤ ਦੇ ਲੋਕਾਂ ਨੇ ਦਿੱਤਾ ਗਾ।
ਲੋਕ ਇਹਦੇ ਵਿੱਚ ਮਾਲਕ ਨੇ ਤੇ ਸਰਕਾਰ ਹੈ ਜਿਹੜੀ ਉਹ ਇਹਨਾਂ ਦੀ ਸੇਵਕ ਹੈ। ਅੱਗੇ ਅਸੀਂ ਗੱਲ ਕਰਾਂਗੇ ਮੌਲਿਕ ਅਧਿਕਾਰ ਅਤੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ। ਸਾਡੇ ਸੰਵਿਧਾਨ ਦੇ 3 ਅਧਿਆਏ ਵਿੱਚ ਸਾਨੂੰ ਮੌਲਿਕ ਅਧਿਕਾਰ, ਸਾਡੇ 6 ਮੌਲਿਕ ਅਧਿਕਾਰ ਦਿੱਤੇ ਗਏ ਨੇ, ਜਿਨ੍ਹਾਂ ਨੂੰ ਅਸੀਂ ਅੱਗੇ ਸਮਝਾਂਗੇ ਵਿਸਥਾਰਪੂਰਵਕ। ਨਾਲ ਹੀ ਸਾਡੀ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਨੇ ਜਿਹੜੇ ਸਾਨੂੰ ਉਹ ਸਾਡੇ 4ਥੇ ਅਧਿਆਏ ਵਿੱਚ ਦਿੱਤੇ ਗਏ ਹੈ, ਜੀ ਸਾਨੂੰ ਸਮਾਜਵਾਦੀ, ਗਾਂਧੀਵਾਦੀ ਤੇ ਉਦਾਰਵਾਦੀ ਸਮਾਜਿਕ ਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਲਈ ਦੱਸੇ ਗਏ ਆ। ਅੱਗੇ ਸਾਡੇ ਆ ਗਈਆਂ ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ। ਸਾਡੇ ਰਾਸ਼ਟਰਪਤੀ ਕੋਲੇ ਕਿਹੜੀਆਂ ਸੰਕਟਕਾਲੀਨ ਸ਼ਕਤੀਆਂ ਨੇ? ਰਾਸ਼ਟਰੀ ਸੰਕਟ, ਜਦੋਂ ਕੋਈ ਹਮਲਾ ਹੋਣ ਦਾ ਡਰ ਹੋਵੇ। ਰਾਸ਼ਟਰਪਤੀ ਰਾਜ, ਜਦੋਂ ਰਾਸ਼ਟਰਪਤੀ ਨੂੰ ਲੱਗਦਾ ਕਿਸੇ ਰਾਜ ਵਿੱਚ ਸਰਕਾਰ ਆ ਜਿਹੜੀ, ਸ਼ਾਸਨ ਹੈ ਜਿਹੜਾ ਪ੍ਰਸ਼ਾਸਨ ਹੈ ਉਹ ਸਹੀ ਤਰੀਕੇ ਨਾਲ ਨਹੀਂ ਕਰ ਰਹੀ, ਨਹੀਂ ਚਲਾ ਰਹੀ, ਤਾਂ ਉਹਦੇ ਵਿੱਚ ਸੰਵਿਧਾਨਕ ਸੰਕਟ ਲਾਗੂ ਕਰਕੇ ਰਾਸ਼ਟਰਪਤੀ ਰਾਜ ਲਾਗੂ ਕਰ ਸਕਦਾ ਹੈ। ਅੱਗੇ ਆ ਗਿਆ ਵਿੱਤੀ ਸੰਕਟ, ਜਦੋਂ ਦੇਸ਼ ਦੇ ਵਿੱਤੀ ਹਾਲਤ, ਆਰਥਿਕ ਪੱਖੋਂ ਹਾਲਾਤ ਖਰਾਬ ਹੋਣ ਤਾਂ ਰਾਸ਼ਟਰਪਤੀ ਵਿੱਤੀ ਸੰਕਟ ਐਲਾਨ ਸਕਦਾ ਹੈਗਾ। ਅੱਗੇ ਆ ਗਈਆਂ ਸਾਡੇ ਸੰਵਿਧਾਨ ਦੀਆਂ ਕੁਝ ਵਿਚਿੱਤਰ ਵਿਸ਼ੇਸ਼ਤਾਵਾਂ ਨੇ, ਜਿਹਦੇ ਵਿੱਚ ਇਕਹਿਰੀ ਨਾਗਰਿਕਤਾ ਦੇਣਾ, ਇਕਹਿਰੀ ਨਿਆਂਪਾਲਿਕਾ ਦੀ ਵਿਵਸਥਾ ਹੈ, ਦਲ ਬਦਲੀ ਦੀ ਮਨਾਹੀ, ਛੂਤ-ਛਾਤ ਨੂੰ ਸਮਾਪਤ ਕਰਨਾ, ਕਠੋਰਤਾ ਅਤੇ ਲਚਕੀਲੇਪਨ ਦਾ ਮਿਸ਼ਰਣ। ਇਹ ਸਾਡੇ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਆ ਗਈਆਂ ਬੱਚੋ। ਅੱਗੇ ਅਸੀਂ ਭਾਰਤ ਦੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਬਾਰੇ ਚਰਚਾ ਕਰਾਂਗੇ, ਜਿਹੜੇ ਸਾਨੂੰ ਮੌਲਿਕ ਅਧਿਕਾਰ ਮਿਲੇ ਹੋਏ ਨੇ। ਬੱਚੋ ਤੁਸੀਂ 6ਵੀਂ 7ਵੀਂ ਜਮਾਤ ਤੋਂ ਆਪਾਂ ਕਰਦੇ ਆ ਰਹੇ ਹਾਂ। ਪਹਿਲਾਂ ਸਾਡਾ ਸਮਾਨਤਾ ਦਾ ਅਧਿਕਾਰ, ਵੀ ਸਾਨੂੰ ਰੰਗ, ਨਸਲ, ਜਾਤ ਪਾਤ ਦੇ ਆਧਾਰ 'ਤੇ ਕੋਈ ਫਰਕ ਨਹੀਂ ਹੈਗਾ, ਸਾਰੇ ਬਰਾਬਰ ਨੇ, ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਆ, ਕਿਸੇ ਨਾਲ ਕੋਈ ਵਿਤਕਰਾ ਨਹੀਂ। ਅਫਸਰ, ਨੌਕਰੀਆਂ, ਉਪਾਧੀਆਂ ਲਈ ਸਾਰਿਆਂ ਨੂੰ ਬਰਾਬਰ ਦੀ ਸਮਾਨਤਾ ਹੈ। ਛੂਤ-ਛਾਤ ਦੀ ਮਨਾਹੀ ਹੈ। ਉਪਾਧੀਆਂ ਦੀ ਹੈ ਜਿਹੜੀ ਸਮਾਪਤੀ ਕਰ ਦਿੱਤੀ ਗਈ ਹੈ, ਸਿਰਫ ਸੈਨਿਕ ਤੇ ਵਿਦਿਅਕ ਉਪਾਧੀਆਂ ਹੀ ਦਿੱਤੀਆਂ ਜਾਂਦੀਆਂ ਨੇ। ਅੱਗੇ ਆਇਆ ਸਾਨੂੰ ਆਜ਼ਾਦੀ ਦਾ ਅਧਿਕਾਰ ਮਿਲਿਆ ਹੋਇਆ ਹੈ, ਸਾਨੂੰ ਭਾਸ਼ਣ ਦੇਣ ਦੀ, ਆਪਣੇ ਵਿਚਾਰ ਪ੍ਰਗਟਾਉਣ ਦੀ, ਸ਼ਾਂਤਮਈ ਰੂਪ ਵਿੱਚ ਇਕੱਠੇ ਹੋਣ ਦੀ, ਆਪਣਾ ਸਮੂਹ ਬਣਾਉਣ ਦੀ, ਸਮੁੱਚੇ ਭਾਰਤ ਵਿੱਚ ਕਿਤੇ ਵੀ ਜਾਣ ਆਉਣ ਦੀ ਤੇ ਕਿਤੇ ਵੀ ਰਹਿਣ ਦੀ ਤੇ ਕੋਈ ਵੀ ਕਾਰੋਬਾਰ ਕਰਨ ਦੀ ਆਜ਼ਾਦੀ ਹੈ। ਅੱਗੇ ਸ਼ੋਸ਼ਣ ਵਿਰੁੱਧ ਅਧਿਕਾਰ ਹੈ। ਸ਼ੋਸ਼ਣ ਵਿਰੁੱਧ ਅਧਿਕਾਰ ਅਨੁਸਾਰ ਬੱਚਿਓ ਮਨੁੱਖ ਦਾ ਵਪਾਰ ਨਹੀਂ ਕੀਤਾ ਜਾ ਸਕਦਾ, ਬਿਨਾਂ ਤਨਖਾਹ ਦੇ, ਵੇਤਨ ਦੇ ਜਬਰੀ ਕੰਮ ਨਹੀਂ ਕਰਾਇਆ ਜਾ ਸਕਦਾ, ਔਰ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕਿਤੇ ਵੀ ਕਾਰਖਾਨੇ ਜਾਂ ਕਿਸੇ ਵੀ ਜਗ੍ਹਾ 'ਤੇ ਕੰਮ ਨਹੀਂ ਲਿਆ ਜਾ ਸਕਦਾ। ਅੱਗੇ ਹੈ ਸਾਡੀ ਧਾਰਮਿਕ ਸੁਤੰਤਰਤਾ। ਸਾਡਾ ਜਿਹੜਾ ਭਾਰਤ ਹੈ ਉਹ ਧਰਮ ਨਿਰਪੱਖ ਦੇਸ਼ ਹੈ ਤੇ ਸਾਡੇ ਦੇਸ਼ ਵਿੱਚ ਸਾਰੇ ਧਰਮਾਂ ਨੂੰ ਬਰਾਬਰ ਦਾ ਅਧਿਕਾਰ ਹੈ, ਇਸ ਲਈ ਹਰ ਇੱਕ ਨੂੰ ਧਾਰਮਿਕ ਸੁਤੰਤਰਤਾ ਹੈ, ਉਹ ਕਿਸੇ ਵੀ ਧਰਮ ਨੂੰ ਮੰਨ ਸਕਦਾ, ਕਿਸੇ ਵੀ ਧਰਮ ਵਿੱਚ ਦਾਖਲ ਹੋ ਸਕਦਾ ਹੈ। ਅੱਗੇ ਸਾਡੇ ਕੋਲੇ ਅਗਲਾ ਅਧਿਕਾਰ ਹੈ ਸਾਡਾ ਵਿਦਿਅਕ ਅਤੇ ਸੱਭਿਆਚਾਰਕ ਅਧਿਕਾਰ। ਸਾਡੇ ਦੇਸ਼ ਵਿੱਚ ਹਰ ਇੱਕ ਨੂੰ ਵਿੱਦਿਆ ਪ੍ਰਾਪਤ ਕਰਨ ਦਾ ਅਧਿਕਾਰ ਹੈ, ਆਪਣੀ ਭਾਸ਼ਾ ਦੀ ਸੁਰੱਖਿਆ ਤੇ ਵਿਕਾਸ ਕਰਨ ਦਾ ਅਧਿਕਾਰ ਹੈ। ਧਰਮ ਦੇ ਆਧਾਰ 'ਤੇ ਜੇ ਸਾਡੇ ਦੇਸ਼ ਵਿੱਚ ਘੱਟ ਗਿਣਤੀ ਦੇ ਜਿਹੜੇ ਧਰਮ ਨੇ ਉਹਨਾਂ ਨੂੰ ਵੀ ਆਪਣੀ ਇੱਛਾ ਅਨੁਸਾਰ ਆਪਣੀਆਂ ਵਿਦਿਅਕ ਸੰਸਥਾਵਾਂ ਵਿੱਚ ਪੜ੍ਹਨ ਦਾ ਜਾਂ ਸਥਾਪਿਤ ਕਰਨ ਦਾ ਅਧਿਕਾਰ ਹੈ। ਅੱਗੇ ਸਾਡਾ ਆ ਗਿਆ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ। ਸੰਵਿਧਾਨ ਦੁਆਰਾ ਸਾਡੇ ਨਾਗਰਿਕਾਂ ਨੂੰ ਇਕੱਲੇ ਅਧਿਕਾਰ ਦੇਣੇ ਹੀ ਕਾਫੀ ਨਹੀਂ ਹੈਗੇ, ਉਹਨਾਂ ਨੂੰ ਲਾਗੂ ਕਰਾਉਣਾ ਵੀ ਮਹੱਤਵਪੂਰਨ ਹੈ। ਇਸ ਲਈ ਜੇਕਰ ਸਮੇਂ ਦੀ ਸਰਕਾਰ ਜਾਂ ਕੋਈ ਹੋਰ ਸਾਡੇ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ, ਸਾਡੇ ਕੋਲੇ ਕਾਨੂੰਨੀ ਉਪਾਅ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਇਹ ਸਾਡੇ ਅਧਿਕਾਰ ਹੋ ਗਏ ਬੱਚਿਓ। ਹੁਣ ਸਾਡੇ ਸੰਵਿਧਾਨ ਵੱਲੋਂ ਜੇ ਸਾਨੂੰ ਕੁਝ ਅਧਿਕਾਰ ਮਿਲੇ ਨੇ ਤਾਂ ਇਹਨਾਂ ਦੇ ਨਾਲ ਨਾਲ ਸਾਡਾ ਇਹ ਕਰਤੱਵ ਵੀ ਬਣਦਾ ਹੈ ਕਿ ਅਸੀਂ ਕਿਸੇ ਹੋਰ ਦੇ ਅਧਿਕਾਰਾਂ ਵਿੱਚ ਦਖਲ-ਅੰਦਾਜ਼ੀ ਨਾ ਕਰੀਏ, ਜਾਂ ਅਸੀਂ ਆਪਣੇ ਸੰਵਿਧਾਨ ਦੀ ਜਿਹੜੇ ਸਾਡੇ ਕਰਤੱਵ ਨੇ, ਸਾਡੇ ਆਪਣੇ ਸੰਵਿਧਾਨ ਦੀ ਪਾਲਣਾ ਕਰਨਾ ਸਾਡਾ ਕਰਤੱਵ ਹੈ। ਇਹਦੇ ਆਦਰਸ਼ਾਂ ਨੂੰ ਮੰਨਣਾ, ਸਾਨੂੰ ਰਾਸ਼ਟਰੀ ਝੰਡੇ, ਸਾਡੇ ਰਾਸ਼ਟਰੀ ਗੀਤ ਦਾ ਸਨਮਾਨ ਕਰਨਾ, ਰਾਸ਼ਟਰੀ ਸੰਘਰਸ਼ ਨੂੰ ਉਤਸ਼ਾਹਿਤ ਕਰਨ ਅਤੇ ਆਦਰਸ਼ਾਂ ਦੇ ਸਨਮਾਨ ਦੀ ਪਾਲਣਾ ਕਰਨਾ, ਭਾਰਤ ਦੀ ਪ੍ਰਭੂ ਸੱਤਾ, ਏਕਤਾ ਤੇ ਅਖੰਡਤਾ ਦਾ ਅਸੀਂ ਸਮਰਥਨ ਕਰਨਾ ਤੇ ਰੱਖਿਆ ਕਰਨੀ ਹੈ।
ਦੇਸ਼ ਦੀ ਰੱਖਿਆ ਕਰਨੀ ਹੈ ਅਤੇ ਪੁਕਾਰਨ ਅਤੇ ਰਾਸ਼ਟਰੀ ਸੇਵਾ ਕਰਨੀ ਹੈ। ਧਰਮ ਅਤੇ ਭਾਸ਼ਾਈ ਜਾਂ ਹੋਰ ਖੇਤਰਾਂ ਤੋਂ ਉੱਪਰ ਉੱਠ ਕੇ ਅਸੀਂ ਮੇਲ ਮਿਲਾਪ ਅਤੇ ਭਾਈਚਾਰੇ ਦੀ ਭਾਵਨਾ ਰੱਖਣੀ ਹੈ। ਸਾਂਝੇ ਸਾਡੇ ਸ਼ਾਨਦਾਰ ਵਿਰਸੇ ਅਤੇ ਸੱਭਿਆਚਾਰ ਦਾ ਆਦਰ ਕਰਨਾ ਹੈ। ਸਾਡੇ ਜੰਗਲੀ ਜੀਵਾਂ, ਸਾਡੇ ਕੁਦਰਤੀ ਬਨਸਪਤੀ, ਸਾਡੀਆਂ ਝੀਲਾਂ, ਨਦੀਆਂ, ਜੀਵ ਜੰਤੂਆਂ ਦੀ ਅਸੀਂ ਰੱਖਿਆ ਕਰਨੀ ਹੈ ਅਤੇ ਉਹਨਾਂ ਦੇ ਪ੍ਰਤੀ ਦਇਆ ਰੱਖਣੀ ਹੈ। ਅਸੀਂ ਮਾਨਵਤਾਵਾਦ, ਸੁਧਾਰ ਕਰਨ ਦੀ ਭਾਵਨਾ ਦਾ ਵਿਕਾਸ ਕਰਨਾ ਹੈ। ਜਨਤਕ ਜਿਹੜੀ ਸਾਡੀ ਸੰਪੱਤੀ ਹੈ, ਸਾਡੀ ਸਾਰਿਆਂ ਦੀ ਸਾਂਝੀ ਸੰਪੱਤੀ ਹੈ, ਉਹਦੀ ਅਸੀਂ ਰੱਖਿਆ ਕਰਨੀ ਹੈ। ਹਿੰਸਾ ਦਾ ਤਿਆਗ ਕਰਨਾ ਹੈ ਅਤੇ ਵਿਅਕਤੀਗਤ ਜਾਂ ਸਮੂਹਿਕ ਜਿੰਨੀਆਂ ਵੀ ਗਤੀਵਿਧੀਆਂ ਨੇ ਉਹ ਹਰ ਖੇਤਰ ਵਿੱਚ ਅਸੀਂ ਉੱਤਮਤਾ ਹਾਸਲ ਕਰਨੀ ਹੈ। 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਉਹਨਾਂ ਦੇ ਮਾਤਾ ਪਿਤਾ ਨੇ ਜਾਂ ਉਹਨਾਂ ਦੇ ਸਰਪ੍ਰਸਤਾਂ ਨੇ ਉਹਨਾਂ ਨੂੰ ਸਿੱਖਿਆ ਦੇ ਮੌਕੇ ਪ੍ਰਦਾਨ ਕਰਨੇ ਨੇ। ਇਹ ਸਾਡੇ ਕਰਤੱਵ ਨੇਗੇ। ਅੱਗੇ ਬੇਟਾ ਅਸੀਂ ਗੱਲ ਕਰਾਂਗੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ। ਇਹ ਸਾਡੇ ਕੋਲੇ ਸਿਧਾਂਤ ਨੇਗੇ ਸਮਾਜਵਾਦੀ, ਗਾਂਧੀਵਾਦੀ ਅਤੇ ਉਦਾਰਵਾਦੀ, ਜਾਂ ਉਹਨਾਂ ਨੂੰ ਆਮ ਸਿਧਾਂਤ ਵੀ ਕਹਿ ਦਿੰਦੇ ਆਪਾਂ। ਜੇ ਅਸੀਂ ਸਮਾਜਵਾਦੀ ਸਿਧਾਂਤ ਦੀ ਗੱਲ ਕਰਦੇ ਹਾਂ ਤਾਂ ਸਾਡੇ ਰਾਜ ਨੂੰ ਇਹ ਆਦੇਸ਼ ਦਿੱਤਾ ਗਿਆ ਹੈ ਕਿ ਅਜਿਹੇ ਸਮਾਜ ਦੀ ਸਥਾਪਨਾ ਕਰਨੀ ਹੈ ਅਸੀਂ ਜਿਹਦਾ ਉਦੇਸ਼ ਹੈ ਜਿਹੜਾ ਉਹ ਲੋਕਾਂ ਦੀ ਭਲਾਈ ਹੋਵੇ ਅਤੇ ਲੋਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਤੌਰ 'ਤੇ ਨਿਆਂ ਮਿਲੇ। ਹਰੇਕ ਨੂੰ ਆਪਣੀ ਰੋਜੀ ਰੋਟੀ ਕਮਾਉਣ ਦਾ ਅਧਿਕਾਰ ਪ੍ਰਾਪਤ ਹੋਵੇ। ਵੱਧ ਤੋਂ ਵੱਧ ਲੋਕਾਂ ਦਾ ਜਨ ਕਲਿਆਣ ਹੋਵੇ। ਆਰਥਿਕ ਢਾਂਚਾ ਇਸ ਤਰ੍ਹਾਂ ਦਾ ਹੋਵੇ ਕਿ ਵਿਅਕਤੀਆਂ ਨੂੰ ਧਨ ਉਹਨਾਂ ਦੇ ਉਪਜ ਦੇ ਸਾਧਨਾਂ ਦੇ ਅਨੁਸਾਰ ਮਿਲੇ। ਇਸਤਰੀਆਂ ਅਤੇ ਪੁਰਸ਼ਾਂ ਨੂੰ ਇੱਕੋ ਜਿਹੇ ਕੰਮ ਦੀ ਇੱਕੋ ਜਿਹੀ ਤਨਖਾਹ ਮਿਲੇ। ਬਿਮਾਰੀ, ਬੇਕਾਰੀ ਅਤੇ ਬੁਢਾਪੇ ਜਾਂ ਅੰਗਹੀਣ ਦੇ ਵਿੱਚ ਰਾਜ ਆਪਣੇ ਨਾਗਰਿਕਾਂ ਦੀ ਸਹਾਇਤਾ ਕਰੇ। 14 ਸਾਲ ਦੇ ਬੱਚਿਆਂ ਲਈ ਮੁਫਤ ਅਤੇ ਲਾਜ਼ਮੀ ਵਿੱਦਿਆ ਦਾ ਪ੍ਰਬੰਧ ਕਰੇ। ਇਹ ਹੈ ਸਾਡਾ ਸਮਾਜਵਾਦੀ। ਅਤੇ ਜਿਹੜੇ ਸਾਡੇ ਗਾਂਧੀਵਾਦੀ ਸਿਧਾਂਤ ਨੇ ਉਹ ਹੈਗੇ ਪਿੰਡਾਂ ਵਿੱਚ ਘਰੇਲੂ ਉਦਯੋਗਾਂ ਨੂੰ ਉਤਸ਼ਾਹ ਦਿੱਤਾ ਜਾਵੇ, ਅਨੁਸੂਚਿਤ ਅਤੇ ਪਛੜੀਆਂ ਜਾਤੀਆਂ ਨੂੰ ਵੀ ਸਹੂਲਤਾਂ ਪ੍ਰਦਾਨ ਹੋਣ, ਉਹਨਾਂ ਨਾਲ ਸਮਾਜਿਕ ਨਿਆਂ ਹੋਵੇ ਅਤੇ ਉਹਨਾਂ ਨੂੰ ਵਿੱਦਿਅਕ ਸਹੂਲਤਾਂ ਵੀ ਮਿਲਣ। ਹੋਰ ਸ਼ਰਾਬ ਅਤੇ ਹੋਰ ਨਸ਼ੀਲੀਆਂ ਵਸਤਾਂ ਦੇ ਉੱਤੇ ਪਾਬੰਦੀ ਲਗਾਈ ਜਾਵੇ। ਰਾਜ ਆਪਣੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਣ ਵਿੱਚ ਅਤੇ ਸਿਹਤ ਨੂੰ ਸੁਧਾਰਨ ਵਿੱਚ ਆਪਣਾ ਧਿਆਨ ਦੇਵੇ। ਅਗਲਾ ਸਾਡਾ ਆ ਗਿਆ ਉਦਾਰਵਾਦੀ ਅਤੇ ਸਾਡੇ ਆਮ ਸਿਧਾਂਤ। ਇਹਨਾਂ ਵਿੱਚ ਹੈ ਨਿਆਂਪਾਲਿਕਾ ਅਤੇ ਕਾਰਜਪਾਲਿਕਾ ਨੂੰ ਵੱਖ ਕਰਨ ਲਈ ਯੋਗ ਅਗਵਾਈ ਕਰੇ। ਵਿਗਿਆਨਕ ਆਧਾਰ 'ਤੇ ਖੇਤੀਬਾੜੀ ਦਾ ਪ੍ਰਬੰਧ ਹੋਵੇ। ਪਸ਼ੂ ਪਾਲਣ ਵਿੱਚ ਸੁਧਾਰ ਅਤੇ ਪਸ਼ੂਆਂ ਦੀ ਨਸਲ ਸੁਧਾਰਨ ਵਿੱਚ ਵਿਕਾਸ ਕਰੇ। ਗਊਆਂ, ਵੱਛਿਆਂ ਅਤੇ ਦੁੱਧ ਦੇਣ ਵਾਲੇ ਪਸ਼ੂਆਂ ਦੀ ਨਸਲ ਸੁਧਾਰਨ ਦਾ ਯਤਨ ਕਰੇ। ਵਾਤਾਵਰਣ ਦੀ ਰੱਖਿਆ ਅਤੇ ਜੰਗਲੀ ਜੀਵਾਂ ਦੀ ਰੱਖਿਆ ਲਈ ਵੀ ਯਤਨ ਕਰੇ। ਇਹ ਸਾਡੇ ਸਿਧਾਂਤ ਆ ਗਏ। ਇਸ ਤੋਂ ਬਾਅਦ ਆ ਜਿਹੜੇ ਬੱਚੋ ਉਹ ਸਾਡੇ ਇਸ ਲੈਸਨ ਦੇ ਪ੍ਰਸ਼ਨ ਉੱਤਰ ਆ ਗਏ। ਇਹਨਾਂ ਪ੍ਰਸ਼ਨ ਉੱਤਰਾਂ ਨੂੰ ਤੁਸੀਂ ਆਪਦੀ ਕਾਪੀ ਦੇ ਵਿੱਚ ਨੋਟ ਕਰ ਸਕਦੇ ਹੋ। ਅਤੇ ਜੇਕਰ ਤੁਹਾਨੂੰ ਇਹਨਾਂ ਸੰਬੰਧੀ ਕੋਈ ਮੁਸ਼ਕਿਲ ਆਉਂਦੀ ਹੈ ਜਾਂ ਤੁਸੀਂ ਇਹਨਾਂ ਨੂੰ ਡਾਊਨਲੋਡ ਕਰਨਾ ਪ੍ਰਸ਼ਨ ਉੱਤਰਾਂ ਨੂੰ, ਤਾਂ ਉਹਦਾ ਲਿੰਕ ਹੈ ਜਿਹੜਾ ਉਹ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਗਿਆ ਹੈਗਾ। ਉੱਥੋਂ ਤੁਸੀਂ ਇਹਨੂੰ ਲੈ ਸਕਦੇ ਹੋ। ਇਹਦੀ PDF ਫਾਈਲ ਵੀ ਹੈ ਜਿਹੜੀ ਉਹ ਲੈ ਸਕਦੇ ਹੋ। ਇਹਦੀ ਵੈੱਬਸਾਈਟ ਦੇ ਉੱਤੋਂ ਡਾਊਨਲੋਡ ਵੀ ਕਰ ਸਕਦੇ ਹੋ। ਅਗਲਾ ਲੈਸਨ ਲੈ ਕੇ ਫਿਰ ਮਿਲਾਂਗੇ।